ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਅੱਜ 21ਵੇਂ ਸ਼ਬਦ ਦੀ ਵਾਰੀ ਹੈ ਜੀ। ਰਾਗ ਗੌੜੀ ਮਹਲਾ ਤੀਜਾ ਜਪਦੇ, ਏਕ ਓਂਕਾਰ ਸਤਿਗੁਰੂ ਪ੍ਰਸਾਦ। ਗੌੜੀ ਗੌਰ ਰੇਰੀ, ਗੁਰ ਮਿਲੀਏ ਹਰ ਮੇਲਾ ਹੋਈ, ਆਪੇ ਮੇਲ ਮਿਲਾਵੇ ਸੋਈ। ਮੇਰਾ ਪ੍ਰਭ ਸਭ ਬਿਦ ਆਪੇ ਜਾਣੇ, ਹੁਕਮੇ ਮੇਲੇ ਸ਼ਬਦ ਪਛਾਣੇ। ਸਤਿਗੁਰ ਕੇ ਭੈ ਪਰਮ ਪਉ ਪਾ ਜਾਏ, ਭੈ ਰਾਚੇ ਸੰਗ ਸੱਚ ਰੰਗ ਸਮਾਏ ਰਹਾਓ। ਗੁਰ ਮਿਲੀਏ ਹਰ ਮਨ ਵਸੇ ਸੁਭਾਏ, ਮੇਰਾ ਪ੍ਰਭ ਭਾਰਾ ਕੀਮਤ ਨਹੀਂ ਪਾਏ। ਸ਼ਬਦ ਸਲਾਹੇ ਅੰਤ ਨ ਪਾਰਾਵਾਰ, ਮੇਰਾ ਪ੍ਰਭ ਬਖਸ਼ੇ ਬਖਸ਼ਣਹਾਰ। ਗੁਰ ਮਿਲੀਏ ਸਭ ਮਤ ਬੁਧ ਹੋਈ, ਮਨ ਨਿਰਮਲ ਵਸੇ ਸਚ ਸੋਈ। ਸਾਚ ਵਸੀਏ ਸਾਚੀ ਸਭ ਕਾਰ, ਊਤਮ ਕਰਨੀ ਸ਼ਬਦ ਵਿਚਾਰ। ਗੁਰ ਤੇ ਸਾਚੀ ਸੇਵਾ ਹੋਏ, ਗੁਰ ਨਾਮ ਪਛਾਣੇ ਕੋਏ। ਜੀਵੇ ਦਾਤਾ ਦੇਵਨਹਾਰ, ਨਾਨਕ ਹਰ ਨਾਮੇ ਲਗੇ ਪਿਆਰ। ਜੀਵੇ ਦਾਤਾ ਦੇਵਨਹਾਰ, ਨਾਨਕ ਹਰ ਨਾਮੇ ਲਗੇ ਪਿਆਰ। ਇਸ ਸ਼ਬਦ ਵਿੱਚ ਗੁਰੂ ਜੀ ਦੱਸਦੇ ਹਨ ਕਿ ਗੁਰਸ਼ਬਦ ਗੁਰਬਾਣੀ ਦੁਆਰਾ ਹਰੀ ਦਾ ਮਿਲਾਪ ਹੋ ਜਾਂਦਾ ਹੈ ਜੀ। ਭਾਵ ਹਰ ਮੂਲ ਦੀ ਪਹਿਚਾਣ ਹੁੰਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹ ਪਰਮੇਸ਼ਰ ਆਪੇ ਹੀ ਜੀਵ ਨੂੰ ਗੁਰਸ਼ਬਦ ਗੁਰਬਾਣੀ ਨਾਲ ਮਿਲਾ ਕੇ ਫਿਰ ਆਪਣੇ ਨਾਲ ਮਿਲਾ ਲੈਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਮੇਰਾ ਪਿਆਰਾ ਪਰਮੇਸ਼ਰ ਮਿਲਣ ਦੀ ਸਾਰੀ ਵਿਧ ਆਪ ਹੀ ਜਾਣਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਸ ਜੀਵ ਨੂੰ ਉਹ ਪਰਮੇਸ਼ਰ ਆਪਣੇ ਹੁਕਮ ਵਿੱਚ ਰੱਖ ਕੇ ਮੇਲ ਲਵੇ, ਉਹ ਹੀ ਗੁਰਸ਼ਬਦ ਗੁਰਬਾਣੀ ਦੁਆਰਾ ਉਸ ਪਰਮੇਸ਼ਰ ਨੂੰ ਪਹਿਚਾਣਦਾ ਹੈ ਜੀ। ਭਾਵ ਉਹੀ ਗੁਰਮੁਖ ਪਰਮੇਸ਼ਰ ਦੇ ਹੁਕਮ ਨੂੰ, ਉਸਦੀ ਕਿਰਪਾ ਨੂੰ ਪਹਿਚਾਣਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਸਤਿਗੁਰ ਦੇ ਭੈ ਵਿੱਚ ਰਹਿੰਦਿਆਂ ਹਰ ਪ੍ਰਕਾਰ ਦਾ ਭਰਮ ਅਤੇ ਡਰ ਚਲਾ ਜਾਂਦਾ ਹੈ ਜੀ। ਭਾਵ ਜਦੋਂ ਗੁਰੂ ਦੇ ਹੁਕਮ ਦੀ ਸਮਝ ਆ ਜਾਂਦੀ ਹੈ ਜੀ, ਤੇ ਫਿਰ ਕਿਸੇ ਤਰ੍ਹਾਂ ਦਾ ਕੋਈ ਵੀ ਡਰ ਨਹੀਂ ਰਹਿੰਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਹੜਾ ਮਨੁੱਖ ਗੁਰੂ ਦੇ ਭੈ ਵਿੱਚ ਰਚ ਮਿਚ ਜਾਏ, ਉਹ ਫਿਰ ਸੁਤੇ ਹੀ ਸੱਚ ਦੇ ਰੰਗ ਵਿੱਚ ਸਮਾ ਜਾਂਦਾ ਹੈ ਜੀ। ਭਾਵ ਗੁਰੂ ਦੇ ਹੁਕਮ ਸਮਝ ਆਉਣ 'ਤੇ ਜਨਮ ਮਰਨ ਦਾ ਅਤੇ ਹੋਰ ਹਰ ਤਰ੍ਹਾਂ ਦਾ ਡਰ ਖਤਮ ਹੋ ਜਾਂਦਾ ਹੈ ਜੀ, ਅਤੇ ਹਰ ਮੂਲ ਨਾਲ ਜੁੜਨ ਦੀ ਸੋਝੀ ਮਿਲਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰੂ ਦੇ ਮਿਲਣ ਨਾਲ ਉਹ ਹਰੀ ਸੁਭਾਵਕ ਹੀ ਮਨ ਵਿੱਚ ਆ ਵਸਦਾ ਹੈ ਜੀ। ਫਿਰ ਮੇਰਾ ਪਰਮੇਸ਼ਰ ਬੇਅੰਤ ਗੁਣਾਂ ਵਾਲਾ, ਭਾਵ ਬਹੁਤ ਵੱਡਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਕੋਈ ਮਨੁੱਖ ਵੀ ਉਸ ਪਰਮੇਸ਼ਰ ਦੀ ਕੀਮਤ ਨਹੀਂ ਪਾ ਸਕਦਾ ਜੀ, ਅਤੇ ਉਸ ਹਰੀ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਹੜਾ ਮਨੁੱਖ ਉਸ ਨੂੰ ਗੁਰੂ ਦੇ ਸ਼ਬਦ ਗੁਰਬਾਣੀ ਦੁਆਰਾ ਸਲਾਹੁੰਦਾ ਹੈ, ਉਹਨੂੰ ਮੇਰਾ ਪਰਮੇਸ਼ਰ ਜੋ ਸਦਾ ਬਖਸ਼ੰਦ ਹੈ, ਬਖਸ਼ ਲੈਂਦਾ ਹੈ ਜੀ। ਭਾਵ ਉਹ ਆਪਣੀ ਫਿਰ ਕਿਰਪਾ ਮਿਹਰ ਕਰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰੂ ਦੇ ਮਿਲਣ ਨਾਲ ਹਰ ਪ੍ਰਕਾਰ ਦੀ ਉੱਤਮ ਅਕਲ ਅਤੇ ਬੁੱਧੀ ਪ੍ਰਾਪਤ ਹੋ ਜਾਂਦੀ ਹੈ ਜੀ, ਅਤੇ ਮਨ
ਸ਼ੁੱਧ ਹੋਣ ਨਾਲ ਉਹ ਸੱਚ ਸਰੂਪ ਪਰਮੇਸ਼ਰ ਮਨ ਵਿੱਚ ਆ ਵਸਦਾ ਹੈ ਜੀ। ਮਨ ਵਿੱਚ ਸੱਚ ਵਸਣ ਦੇ ਨਾਲ ਸਾਰੀ ਜੀਵਨ ਕਰਨੀ ਸੱਚੀ ਹੋ ਜਾਂਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰੰਤੂ ਸਭ ਤੋਂ ਉੱਤਮ ਕਰਨੀ ਗੁਰਸ਼ਬਦ ਗੁਰਬਾਣੀ ਦੀ ਵਿਚਾਰ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰੂ ਪਾਸੋਂ ਹੀ ਸੱਚੀ ਸੇਵਾ ਗੁਰਸ਼ਬਦ ਗੁਰਬਾਣੀ ਨਾਮ ਭਗਤੀ ਪ੍ਰਾਪਤ ਹੁੰਦੀ ਹੈ ਜੀ। ਪਰ ਕੋਈ ਵਿਰਲਾ ਮਨੁੱਖ ਹੀ ਗੁਰਸ਼ਬਦ ਗੁਰਬਾਣੀ ਦੁਆਰਾ ਉਸ ਹਰੀ ਨਾਮ ਨੂੰ ਪਛਾਣਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਸ ਦਾ ਹਰੀ ਦੇ ਗੁਰਸ਼ਬਦ ਗੁਰਬਾਣੀ ਨਾਮ ਵਿੱਚ ਪਿਆਰ ਪੈ ਜਾਂਦਾ ਹੈ, ਉਸ ਨੂੰ ਇਹ ਸੋਝੀ ਆ ਜਾਂਦੀ ਹੈ ਕਿ ਗੁਰਸ਼ਬਦ ਗੁਰਬਾਣੀ ਦੇਣ ਵਾਲਾ ਦਾਤਾ ਸਦਾ ਹੀ ਜਿਉਂਦਾ, ਪਾਪ ਸਦੀਵੀ ਹੋਂਦ ਵਾਲਾ ਹੈ ਜੀ। ਭਾਵ ਪਰਮੇਸ਼ਰ ਜਨਮ ਮਰਨ ਤੋਂ ਪਰੇ ਹੈ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ। ਗੁਰੂ ਜੀ ਕਹਿੰਦੇ ਹਨ ਕਿ ਹਰੀ ਦਾ ਮੇਲ ਮਿਲਾਪ ਕਰਾਉਣ ਵਾਸਤੇ ਗੁਰਮਤਿ ਵਿੱਚ ਕੇਵਲ ਗੁਰਸ਼ਬਦ ਗੁਰਬਾਣੀ ਹੀ ਸਮਰੱਥ ਹਸਤੀ ਹੈ ਜੀ। ਗੁਰਸ਼ਬਦ ਗੁਰਬਾਣੀ ਦੇ ਪ੍ਰੇਮ ਵਿੱਚ ਲੱਗਿਆਂ ਹੀ ਸੰਸਾਰ ਵਿੱਚ ਫੈਲੇ ਹੋਏ ਸਾਰੇ ਭਰਮ ਤੇ ਡਰ ਆਦਿ ਦੂਰ ਹੋ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰੂ ਦਾ ਸ਼ਬਦ ਗੁਰਬਾਣੀ ਦੁਆਰਾ ਉਸ ਹਰੀ ਨੂੰ ਮਿਲਣਾ ਬਹੁਤ ਸੌਖਾ ਹੋ ਜਾਂਦਾ ਹੈ ਜੀ। ਕਿਉਂਕਿ ਫਿਰ ਕਿਸੇ ਪ੍ਰਕਾਰ ਦਾ ਤਰਤੱਦ ਜਾਂ ਹਠ ਯੋਗ ਆਦਿ ਤਪੱਸਿਆ ਕਰਮ ਕਰਨ ਦੀ ਲੋੜ ਨਹੀਂ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਸ਼ਬਦ ਗੁਰਬਾਣੀ ਦੇ ਮਿਲਾਪ ਦਾ ਪਹਿਲਾ ਅਸਰ ਮਨ 'ਤੇ ਪੈਂਦਾ ਹੈ ਜੀ। ਫਿਰ ਮਨ ਜਦੋਂ ਗੁਰਸ਼ਬਦ ਗੁਰਬਾਣੀ ਦੀ ਕਾਰ ਵਿੱਚ ਨੇਮ ਵਿੱਚ ਲੱਗ ਜਾਂਦਾ ਹੈ ਜੀ, ਫਿਰ ਸੱਚ ਵਿੱਚ ਇਸ ਦਾ ਵਾਸਾ ਹੋ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਇਸ ਦੀ ਉਸ ਪਰਮੇਸ਼ਰ ਨਾਲ ਪਹਿਚਾਣ ਹੁੰਦੀ ਹੈ ਜੀ। ਭਾਵ ਹਰ ਮੂਲ ਨਾਲ ਪਹਿਚਾਣ ਹੁੰਦੀ ਹੈ ਜੀ। ਸੋ ਇਸ ਸ਼ਬਦ ਵਿੱਚ ਗੁਰੂ ਜੀ ਇਹ ਕਹਿੰਦੇ ਹਨ ਕਿ ਜਿਸ ਤਰ੍ਹਾਂ ਇਸ ਪੰਕਤੀ ਵਿੱਚ ਗੁਰੂ ਜੀ ਦੱਸਦੇ ਹਨ, ਉੱਤਮ ਕਰਨੀ ਸ਼ਬਦ ਵਿਚਾਰ, ਗੁਰੂ ਦੀ ਸੇਵਾ ਕਰਨੀ, ਗੁਰਮਤਿ ਵਿੱਚ ਗੁਰੂ ਦੇ ਸ਼ਬਦ ਗੁਰਬਾਣੀ ਨੂੰ ਵਿਚਾਰਨ ਵਾਲੀ ਕਮਾਈ ਕਰਨੀ, ਗੁਰਮਤਿ ਦੇ ਦੱਸੇ ਰਸਤੇ 'ਤੇ ਚੱਲ ਕੇ ਜ਼ਿੰਦਗੀ ਬਤੀਤ ਕਰਨੀ, ਜੀਵਨ ਬਿਤਾਉਣਾ, ਸਾਡੇ ਵਾਸਤੇ ਇਹ ਹੀ ਸਭ ਤੋਂ ਉੱਤਮ ਕਰਨੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਅਜਿਹੀ ਕਰਨੀ ਵੇਖ ਕੇ ਫਿਰ ਉਹ ਗੁਰ ਪਰਮੇਸ਼ਰ ਆਪ ਹੀ ਮਿਹਰ ਕਰਦਾ ਹੈ ਜੀ ਅਤੇ ਆਪਣਾ ਸੱਚਾ ਪ੍ਰੇਮ ਪਿਆਰ ਬਖਸ਼ ਦਿੰਦਾ ਹੈ ਜੀ। ਭਾਵ ਉਸ ਸੱਚ ਨਾਲ ਜੁੜ ਕੇ ਪਰਮੇਸ਼ਰ ਵੀ ਫਿਰ ਆਪਣੀ ਬਖਸ਼ਿਸ਼ ਕਰਦਾ ਹੈ ਜੀ। ਜਿਸ ਤਰ੍ਹਾਂ ਇਸ ਪੰਕਤੀ ਵਿੱਚ ਗੁਰੂ ਜੀ ਕਹਿੰਦੇ ਹਨ, ਸੱਚਾ ਪ੍ਰੇਮ ਪਿਆਰ ਗੁਰਪੂਰੇ 'ਤੇ ਪਾਈਏ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।